पंजाब सरकार ने दावा किया कि असीं एजुकेशन च अजिहा काम कर देना है जिस नाल सूबे की तस्वीर ते तकदीर दोने बदल जाणियां। स्टूडेंट साडे कैनेडा जा रहे, आस्ट्रेलिया जा रहे, अमेरिका जा रहे ने, तो वो हायर एजुकेशन के विद्यार्थी ही ने जिहड़े कि इत्थे कॉलेजां च अज दाखला नहीं लै रहे। ਉਹਦਾ ਵੱਡਾ ਕਾਰਨ ਹੈ ਕਿ ਚਾਹੇ ਉਹ ਪਿਛਲੀਆਂ ਸਰਕਾਰਾਂ ਤੇ ਚਾਹੇ ਉਹ ਹੁਣ ਦੀ ਸਰਕਾਰ ਹੈ, ਇਹਨਾਂ ਨੇ ਹਾਇਰ ਐਜੂਕੇਸ਼ਨ ਤੇ ਧਿਆਨ ਦੇਣਾ ਹੀ ਬੰਦ ਕਰ ਦਿੱਤਾ। ਜਿਸ ਤਰੀਕੇ ਦੇ ਨਾਲ ਮੈਨੇਜਮੈਂਟਾਂ ਮਨਮਾਨੀਆਂ ਕਰ ਰਹੀਆਂ ਨੇ, ਕਿਉਂ ਮੈਨੇਜਮੈਂਟਾਂ ਤੇ ਨਕੇਲ ਕੋਈ ਨਹੀਂ ਪਾਈ। ਮੈਨੇਜਮੈਂਟਾਂ ਪਰਵਾਹ ਹੀ ਨਹੀਂ ਕਰਦੀਆਂ ਯੂਨੀਵਰਸਿਟੀ ਦੀ। ਉਹ ਕਹਿੰਦੇ ਯੂਨੀਵਰਸਿਟੀ ਨੂੰ ਅਸੀਂ ਮੰਨਦੇ ਕੀ ਹਾਂ, ਤੇ ਜਦੋਂ ਹਾਇਰ ਐਜੂਕੇਸ਼ਨ 'ਚ ਸਰਕਾਰ ਨੇ ਧਿਆਨ ਨਹੀਂ ਦੇਣਾ, ਅਸੀਂ ਇਹ ਸਾਰਾ ਕੁਝ ਸਰਕਾਰ ਦੇ ਧਿਆਨ 'ਚ ਲਿਆ ਚੁੱਕੇ। ਚੀਫ ਮਿਨਿਸਟਰ ਸਾਹਿਬ ਦੇ ਧਿਆਨ ਦੇ ਵਿੱਚ ਹੈ, ਹਰਜੋਤ ਸਿੰਘ ਜਿਹੜੇ ਮਿਨਿਸਟਰ ਨੇ ਸਾਡੇ, ਉਹਨਾਂ ਦੇ ਧਿਆਨ ਦੇ ਵਿੱਚ ਹੈ, ਲੇਕਿਨ ਕੋਈ ਗੌਰ ਹੀ ਨਹੀਂ। ਵੱਧ ਤੋਂ ਬੱਤਰ ਹਾਲਾਤ ਸਰਕਾਰੀ ਕਾਲਜਾਂ ਦੇ ਹੋਣਗੇ। ਹਾਂ ਭੁੱਲਰ ਸਾਹਿਬ, ਸਰਕਾਰੀ ਕਾਲਜਾਂ 'ਚ ਤਾਂ ਪੁੱਛੋ ਕੁਛ ਨਾ। ਅੱਗੇ ਸਰਕਾਰੀ ਕਾਲਜਾਂ 'ਚ ਤਾਂ ਬੰਦੇ ਹੀ ਹੈ ਨਹੀਂ ਗੇ। ਗੈਸਟ ਫੈਕਲਟੀ ਟੀਚਰਸ ਦੇ ਨਾਲ ਚੱਲ ਰਿਹਾ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਸਰਕਾਰ ਹੈ, ਤੇ ਜੇ ਲੋਕਾਂ ਦੀ ਸਰਕਾਰ ਹੈ ਤੇ ਫਿਰ ਇਹ ਕਿੱਦਾਂ ਹੋ ਸਕਦਾ ਵੀ ਇੱਕ ਯੂਨੀਵਰਸਿਟੀ ਦੇ ਅਧੀਨ ਚੱਲਣ ਵਾਲੇ ਕਾਲਜ ਵੱਖ-ਵੱਖ ਫੀਸਾਂ ਲਈ ਜਾਂਦੇ? ਕੀ ਯੂਨੀਵਰਸਿਟੀਆਂ ਨੂੰ ਪਤਾ ਨਹੀਂ? ਕੀ ਇਹਨਾਂ ਵਾਈਸ ਚਾਂਸਲਰਾਂ ਨੂੰ ਨਜ਼ਰ ਨਹੀਂ ਆਉਂਦਾ? ਕਿਹਾ ਕਿ ਇਹਨਾਂ ਦੇ ਨਕੀਲ ਪਾਉਣ ਦੀ ਜ਼ਰੂਰਤ ਹੈ। ਨਕੀਲ ਕੌਣ ਪਾਊਗਾ? ਡੀਪੀਆਈ ਕਾਲਜ, ਪੰਜਾਬ ਸਰਕਾਰ ਜਾਂ ਯੂਨੀਵਰਸਿਟੀ? ਕੌਣ ਕੰਟਰੋਲਿੰਗ ਅਥਾਰਟੀ ਕੌਣ ਹੈ ਫਿਰ ਇਹਨਾਂ ਲੋਕਾਂ ਦੀ? ਇਹ ਯੂਨੀਵਰਸਿਟੀਆਂ ਚਾਹਣ, ਉਹਨਾਂ ਕੋਲ ਪਾਵਰ ਹੈ ਕਿ ਇਹਨਾਂ ਨੂੰ ਡਿਸਐਫੀਲੀਏਟ ਕਰ ਸਕਦੀਆਂ ਨੇ ਇਹਨਾਂ ਕਾਲਜਾਂ ਨੂੰ। ਅਸੀਂ ਬੈਂਸ ਸਾਹਿਬ ਨੂੰ ਪਿੱਛੇ ਜੀ ਕਿਹਾ, ਬੈਂਸ ਸਾਹਿਬ 15 ਕਾਲਜਾਂ ਦੇ ਰਿਕਾਰਡ ਤੁਹਾਨੂੰ ਦੇ ਰਹੇ, ਇਹਨਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਨੇ, ਇਹਨਾਂ ਦੇ ਕੋਲ ਕਰੋੜਾਂ ਰੁਪਏ ਦੀਆਂ ਐਫਡੀਆਂ ਨੇ, ਤੁਸੀਂ ਇਹਦੀ ਆਡਿਟ ਕਰਾ ਲਓ। ਐਡਿਡ ਕਾਲਜ 45 ਸਾਲ ਤੋਂ ਗ੍ਰਾਂਟ ਲੈ ਰਹੇ 95%, ਲੇਕਿਨ ਐਜੂਕੇਸ਼ਨ ਤੇ ਫੋਕਸ ਨਹੀਂ ਹੋਇਆ। ਬਿਲਡਿੰਗਾਂ ਤੇ ਫੋਕਸ ਹੋ ਗਿਆ ਜਾਂ ਫੀਸਾਂ ਵਧਾਉਣ ਤੇ ਫੋਕਸ ਹੋ ਗਿਆ? ਬਿਲਡਿੰਗਾਂ ਤਾਂ ਜੀ ਤੁਸੀਂ ਅੱਜ ਜੇ ਐਡਿਡ ਕਾਲਜਾਂ 'ਚ ਜਾਓ ਤੇ ਗ੍ਰੇਨਾਈਟ ਲੱਗੇ ਹੋਏ ਨੇ, ਮਾਰਬਲ ਲੱਗੇ ਹੋਏ ਨੇ। ਗ੍ਰੇਨਾਈਟ ਮਾਰਬਲ ਦੇ ਨਾਲ ਤਾਂ ਕਾਲਜ ਨਹੀਂ ਚੱਲਦੇ ਜੀ। ਲੇਕਿਨ ਹੁਣ ਮੈਨੇਜਮੈਂਟਾਂ ਨੂੰ ਲੱਗਿਆ, ਉਹਨਾਂ ਨੇ ਧੰਦਾ ਬਣਾ ਲਿਆ, ਬਿਜ਼ਨਸ ਬਣਾ ਲਿਆ ਵੀ ਇਹਨੂੰ ਇੱਕ ਫੈਕਟਰੀ ਬਣਾ ਲਓ। ਮਤਲਬ ਮੈਨੇਜਮੈਂਟਾਂ ਨੇ ਇਨਐਲੀਜੀਬਲ ਪ੍ਰਿੰਸੀਪਲਸ ਰੱਖੇ। ਪੰਜਾਬ ਯੂਨੀਵਰਸਿਟੀ ਦੇ 8 ਪ੍ਰਿੰਸੀਪਲ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 2 ਨੇ। ਵੀਸੀ ਦੇ ਨੌਲੇਜ ਦੇ ਵਿੱਚ ਹੈ, ਡਾਕਟਰ ਅਰਵਿੰਦ ਦੀ ਨੌਲੇਜ 'ਚ ਹੈ ਕਿ ਇੱਕ ਡੀਏਵੀ ਕਾਲਜ ਬਠਿੰਡੇ ਦਾ ਪ੍ਰਿੰਸੀਪਲ ਹੈ, ਕਿੱਦਾਂ ਬਣ ਗਿਆ ਉਹ? ਲੇਕਿਨ ਉਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਪਈ ਹੈ। ਕਰੋੜਾਂ ਰੁਪਈਆ ਪੰਜਾਬ ਸਰਕਾਰ ਦਾ ਉਹਨਾਂ ਅਯੋਗ ਪ੍ਰਿੰਸੀਪਲਾਂ ਨੂੰ ਜਾ ਰਿਹਾ। ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਅਸੀਂ ਐਜੂਕੇਸ਼ਨ 'ਚ ਅਜਿਹਾ ਕੰਮ ਕਰ ਦੇਣਾ ਹੈਗਾ ਜਿਸ ਨਾਲ ਸੂਬੇ ਦੀ ਤਸਵੀਰ ਤੇ ਤਕਦੀਰ ਦੋਨੇ ਬਦਲ ਜਾਣੀਆਂ। ਸਕੂਲ ਆਫ ਐਮੀਨੈਂਸ ਟੀਚਰਾਂ ਨੂੰ ਸਿੰਗਾਪੁਰ ਦਾ ਦੌਰਾ ਤੇ ਅਹਿਮਦਾਬਾਦ IMA ਦਿਖਾਉਣ ਦੇ ਯਤਨ, ਪ੍ਰਾਇਮਰੀ ਸਕੂਲਾਂ ਵੱਲ ਧਿਆਨ, ਸਿੱਖਿਆ ਵੱਲ ਧਿਆਨ, ਤੇ ਕੀ ਜਿਹੜੀ ਉਚੇਰੀ ਸਿੱਖਿਆ ਹਾਇਰ ਐਜੂਕੇਸ਼ਨ ਸਰਕਾਰ ਉਸ ਬਾਰੇ ਕੀ ਸੋਚ ਰਹੀ ਹੈ? ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਪ੍ਰੋਫੈਸਰ ਤਰਨ ਕਈ ਜਿਹੜੇ ਉਚੇਰੀ ਸਿੱਖਿਆ ਤੇ ਕੰਮ ਕਰਦੇ ਔਰ ਸਰਕਾਰ ਨੂੰ ਯਾਦ ਕਰਵਾਉਣ ਦੇ ਵੀ ਯਤਨ ਕਰ ਰਹੇ ਨੇ ਕਿ ਤੁਹਾਡੀ ਕਿੱਥੇ ਕਮੀ ਰਹਿ ਰਹੀ ਹੈ। ਪ੍ਰੋਫੈਸਰ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ। ਪ੍ਰੋਫੈਸਰ ਕਿਵੇਂ ਲੱਗਦਾ ਕਿ ਸਰਕਾਰ ਕਹਿ ਰਹੀ ਕਿ ਅਸੀਂ ਸਕੂਲਾਂ 'ਚ ਤਬਦੀਲੀ ਲਿਆਂਦੀ, ਸਕੂਲ ਐਮੀਨੈਂਸ ਲੈਣ ਦਾ, ਸਿੰਗਾਪੁਰ ਟੀਚਰ ਭੇਜੇ ਜਾ ਰਹੇ ਨੇ ਕਿ ਅਸੀਂ ਸਿੰਗਾਪੁਰ ਦੇ ਹਾਂ ਦੀ ਐਜੂਕੇਸ਼ਨ ਬਣਾਉਣੀ? ਠੀਕ ਹੈ, ਸਾਡੀ ਪ੍ਰਾਇਮਰੀ ਸਿੱਖਿਆ ਮਜ਼ਬੂਤ ਹੋਊਗੀ ਤੇ ਲਾਜ਼ਮੀ ਤੌਰ 'ਤੇ ਉਚੇਰੀ ਸਿੱਖਿਆ ਵੀ ਮਜ਼ਬੂਤ ਹੋਏਗੀ, ਪਰ ਕੀ ਤੁਹਾਨੂੰ ਲੱਗਦਾ ਕਿ ਨਾਲ ਹਾਇਰ ਐਜੂਕੇਸ਼ਨ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ? ਜੀ ਭੁੱਲਰ ਸਾਹਿਬ, ਇਸ ਤਰ੍ਹਾਂ ਹੈ ਕਿ ਸਾਡੀ ਜਥੇਬੰਦੀ ਹੈ AUCT, ਜਦੋਂ ਵੀ ਸਰਕਾਰ ਸਕੂਲਾਂ ਦੇ ਵਿਸ਼ੇ 'ਤੇ ਗੱਲ ਕਰਦੀ ਹੈ ਤੇ ਪੰਜਾਬ ਦੇ ਲੋਕ ਵੀ ਔਰ ਅਸੀਂ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਸਰਕਾਰ ਨੇ ਤਰਜੀਹ ਦਿੱਤੀ ਹੋਈ ਹੈ ਕਿ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਜਾਂ ਮਿਡਲ ਦੇ ਵਿੱਚ ਜਾਂ ਸੈਕੰਡਰੀ ਦੇ ਵਿੱਚ ਇਹਦੇ 'ਤੇ ਕੰਮ ਹੋ ਰਿਹਾ। ਸਕੂਲ ਆਫ ਐਮੀਨੈਂਸ ਦੀ ਗੱਲ ਕੀਤੀ ਹੈ, ਲੇਕਿਨ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਇੱਕ ਪੱਖੀ ਨਹੀਂ ਹੈ। ਐਜੂਕੇਸ਼ਨ ਦੇ ਵਿੱਚ ਇੱਕ ਵੱਡਾ ਪਾਰਟ ਹਾਇਰ ਐਜੂਕੇਸ਼ਨ ਦਾ ਆਉਂਦਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਟੂਡੈਂਟ ਸਾਡੇ ਕੈਨੇਡਾ ਜਾ ਰਹੇ, ਆਸਟ੍ਰੇਲੀਆ ਜਾ ਰਹੇ, ਅਮਰੀਕਾ ਜਾ ਰਹੇ ਨੇ, ਤਾਂ ਉਹ ਹਾਇਰ ਐਜੂਕੇਸ਼ਨ ਦੇ ਵਿਦਿਆਰਥੀ ਹੀ ਨੇ ਜਿਹੜੇ ਕਿ ਇੱਥੇ ਕਾਲਜਾਂ 'ਚ ਅੱਜ ਦਾਖਲਾ ਨਹੀਂ ਲੈ ਰਹੇ। ਉਹਦਾ ਵੱਡਾ ਕਾਰਨ ਹੈ ਕਿ ਚਾਹੇ ਉਹ ਪਿਛਲੀਆਂ ਸਰਕਾਰਾਂ ਤੇ ਚਾਹੇ ਉਹ ਹੁਣ ਦੀ ਸਰਕਾਰ ਹੈ, ਇਹਨਾਂ ਨੇ ਹਾਇਰ ਐਜੂਕੇਸ਼ਨ ਤੇ ਧਿਆਨ ਦੇਣਾ ਹੀ ਬੰਦ ਕਰ ਦਿੱਤਾ। ਬੈਂਸ ਸਾਹਿਬ ਸਾਡੇ ਅੱਜ ਕੱਲ੍ਹ ਹਾਇਰ ਐਜੂਕੇਸ਼ਨ ਦੇ ਮਿਨਿਸਟਰ ਨੇ, ਤਾਂ 136 ਏਡਡ ਕਾਲਜਾਂ ਨੂੰ ਸਾਡਿਆਂ ਨੂੰ ਗ੍ਰਾਂਟ ਜਾ ਰਹੀ ਹੈ, ਔਰ ਜਿਸ ਤਰੀਕੇ ਦੇ ਨਾਲ ਮੈਨੇਜਮੈਂਟਾਂ ਮਨਮਾਨੀਆਂ ਕਰ ਰਹੀਆਂ ਨੇ। ਕੱਲ੍ਹ ਪਰਸੋਂ ਫਿਰੋਜ਼ਪੁਰ ਦੇ ਵਿੱਚ 3 ਟੀਚਰ ਇੱਕ ਕਾਲਜ ਦੇ ਵਿੱਚ ਕੱਢ ਦਿੱਤੇ। ਇਸੇ ਤਰ੍ਹਾਂ ਬੌਂਦਲੀ ਦੇ ਵਿੱਚ, ਸਮਰਾਲੇ 'ਚ 2 ਟੀਚਰ ਕੱਢ ਦਿੱਤੇ। ਇਸੇ ਤਰ੍ਹਾਂ ਮੁਕਤਸਰ ਦੇ ਵਿੱਚ ਇੱਕ ਬਹੁਤ ਹੀ ਵੱਡਾ ਨਾਮ ਹੈ ਟੀਚਰਾਂ ਦਾ, ਯੰਗ ਮੁੰਡਾ ਹੈ ਪ੍ਰੋਫੈਸਰ ਲਖਬੀਰ ਸਿੰਘ, ਉਹਨੂੰ ਕੱਢ ਦਿੱਤਾ। ਪ੍ਰੋਫੈਸਰ ਮਨਜੀਤ ਕੌਰ ਤੇ ਡਾਕਟਰ ਕੁਲਦੀਪ ਤੇ ਡਾਕਟਰ ਲਕਸ਼ਮਿੰਦਰ ਫਿਰੋਜ਼ਪੁਰ 'ਚ ਕੱਢ ਦਿੱਤੇ। ਮਤਲਬ PhDਆਂ ਕੀਤੀਆਂ ਹੋਈਆਂ ਲੋਕਾਂ ਨੇ। ਮੈਨੇਜਮੈਂਟ ਧੜਾ ਕੱਢ ਰਹੀਆਂ, ਕਾਰਨ ਕੋਈ ਨਹੀਂ ਹੈ। ਕਿਉਂ? ਮੈਨੇਜਮੈਂਟਾਂ ਤੇ ਨਕੇਲ ਕੋਈ ਨਹੀਂ ਪਾਈ। ਸਾਨੂੰ ਕਈ ਵਾਰੀ ਲੱਗਦਾ ਹੈ ਕਿ ਇਹ ਇੱਕ ਨੈਕਸਸ ਬਣਿਆ ਹੋਇਆ ਮੈਨੇਜਮੈਂਟਾਂ ਦਾ, DPI ਕਾਲਜਸ ਪੰਜਾਬ ਦਾ, ਔਰ ਤੀਸਰਾ ਯੂਨੀਵਰਸਿਟੀਆਂ ਦਾ। ਅੱਜ ਅਸੀਂ ਹੁਣੇ ਇੱਕ ਮੀਟਿੰਗ ਸੀ ਸਾਡੀ ਵਾਈਸ ਚਾਂਸਲਰ ਮੈਡਮ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ,
ਅਸੀਂ ਉਹਨਾਂ ਨੂੰ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਘਾਣ ਕੀਤਾ ਜਾ ਰਿਹਾ। ਮਤਲਬ ਮੈਨੇਜਮੈਂਟਾਂ ਪਰਵਾਹ ਹੀ ਨਹੀਂ ਕਰਦੀਆਂ ਯੂਨੀਵਰਸਿਟੀ ਦੀ। ਉਹ ਕਹਿੰਦੇ ਯੂਨੀਵਰਸਿਟੀ ਨੂੰ ਅਸੀਂ ਮੰਨਦੇ ਕੀ ਹਾਂ। ਮਤਲਬ ਯੂਨੀਵਰਸਿਟੀ ਦੇ ਰੂਲਸ ਨੇ ਕਿ ਇੱਕ ਜਿਹੜੀ ਬੀਕਾਮ ਦੀ ਕਲਾਸ ਹੈ ਉੱਥੇ 70 ਬੱਚੇ ਤੋਂ ਵੱਧ ਇੱਕ ਟੀਚਰ ਨਹੀਂ ਪੜ੍ਹਾਏਗਾ। RSD ਕਾਲਜ ਫਿਰੋਜ਼ਪੁਰ ਕਹਿੰਦਾ ਜੀ ਵੀ ਆ ਟਾਈਮ ਟੇਬਲ ਦੀਆਂ ਕਾਪੀਆਂ ਅਸੀਂ ਦਿੱਤੀਆਂ, 120 ਬੱਚੇ ਅਸੀਂ ਪੜ੍ਹਾਵਾਂਗੇ, ਤੇ ਕੀ ਕਰੋਗੇ ਤੁਸੀਂ? ਮਤਲਬ ਰੂਲ ਇਹ ਹੈ ਕਿ ਜੇ ਤੁਸੀਂ ਪ੍ਰਿੰਸੀਪਲ ਬਣਾਉਣਾ ਹੈ ਤੇ ਸੀਨੀਅਰਿਟੀ ਨੂੰ ਧਿਆਨ 'ਚ ਰੱਖਣਾ ਪਏਗਾ। ਤੁਸੀਂ ਹੈਰਾਨ ਹੋਵੋਗੇ RSD ਕਾਲਜ ਦੇ ਵਿੱਚ ਪਹਿਲੇ ਨੰਬਰ ਦੇ ਨੂੰ ਛੱਡ ਕੇ 31ਵੇਂ ਨੰਬਰ ਤੱਕ ਕਿਸੇ ਨੂੰ ਨਹੀਂ ਬਣਾਇਆ ਗਿਆ। ਜਿਹੜਾ 32ਵੇਂ ਨੰਬਰ 'ਚ ਸੀਨੀਅਰਿਟੀ ਹੈ, ਜਿਹਦਾ 4.5 ਸਾਲ ਦਾ ਸਿਰਫ ਤਜਰਬਾ ਹੈ, ਉਹਨੂੰ ਪ੍ਰਿੰਸੀਪਲ ਬਣਾ ਦਿੱਤਾ ਗਿਆ। ਤੇ ਜਦੋਂ ਹਾਇਰ ਐਜੂਕੇਸ਼ਨ 'ਚ ਸਰਕਾਰ ਨੇ ਧਿਆਨ ਨਹੀਂ ਦੇਣਾ, ਔਰ ਇਹ ਨਹੀਂ ਹੈ, ਅਸੀਂ ਇਹ ਸਾਰਾ ਕੁਝ ਸਰਕਾਰ ਦੇ ਧਿਆਨ 'ਚ ਲਿਆ ਚੁੱਕੇ, ਚੀਫ ਮਿਨਿਸਟਰ ਸਾਹਿਬ ਦੇ ਧਿਆਨ ਦੇ ਵਿੱਚ ਹੈ, ਇਹ ਹਰਜੋਤ ਸਿੰਘ ਜਿਹੜੇ ਮਿਨਿਸਟਰ ਨੇ ਸਾਡੇ, ਉਹਨਾਂ ਦੇ ਧਿਆਨ ਦੇ ਵਿੱਚ ਹੈ, ਲੇਕਿਨ ਕੋਈ ਗੌਰ ਹੀ ਨਹੀਂ ਹੈ। ਕੀ ਮਿਨਿਸਟਰ ਸਾਹਿਬ ਨੂੰ ਚਾਹੀਦਾ ਨਹੀਂ ਸੀ ਕਿ ਫਿਰੋਜ਼ਪੁਰ 'ਚ ਆ ਕੇ ਧਰਨੇ ਦੇ ਵਿੱਚ ਆਉਂਦੇ ਤੇ ਪੁੱਛਦੇ? ਇੱਕ ਉਹ ਜਿਹੜੀ ਸਾਡੀ ਮੈਡਮ ਹੈ ਡਾਕਟਰ ਮਨਜੀਤ ਕੌਰ, ਉਹਨੇ ਬੜੀ ਮਾੜੀ ਗੱਲ ਹੈ ਕਿ ਇੰਨੀ ਸਟ੍ਰੈਸ 'ਚ ਚਲੀ ਗਈ, ਮੈਨੇਜਮੈਂਟ ਨੇ ਜਿੱਦਾਂ ਕੱਢਿਆ ਔਰ ਜਿੱਦਾਂ ਉਹਨੂੰ ਐਬਿਊਜ਼ਿਵ ਲੈਂਗੁਏਜ ਯੂਜ਼ ਕੀਤੀ ਹੈ, ਤੇ ਉਹ ਮਤਲਬ ਸਟ੍ਰੈਸ 'ਚ ਜਾ ਕੇ ਉਹਨੇ ਗੋਲੀਆਂ ਖਾ ਲਈਆਂ। 2 ਦਿਨ ਉਹ ਸਾਡੀ ਭੈਣ ਜਿਹੜੀ ਹੈ ਉਹ ਹਸਪਤਾਲ 'ਚ ਰਹੀ ਹੈ। ਜੇ ਕੱਲ ਕੁਝ ਹੋ ਜਾਂਦਾ, ਉਹਦੇ ਬੱਚੇ ਨੇ ਛੋਟੇ, ਇੱਕ ਬੱਚਾ ਉਹਦਾ 9ਵੀਂ 10ਵੀਂ 'ਚ ਪੜ੍ਹਦਾ, ਇੱਕ 6ਵੀਂ 'ਚ ਪੜ੍ਹਦਾ, ਕਿੱਥੇ ਜਾਂਦੇ ਹੋ? ਮਾਂ ਤੋਂ ਵਾਂਝੇ ਹੋ ਜਾਣਾ ਸੀਗਾ। ਤੇ ਇਸ ਕਰਕੇ ਉਸ ਸਾਡੀ ਭੈਣ ਨੇ PhD ਕੀਤੀ ਸੀਗੀ, ਇਸ ਕਰਕੇ ਉਹਨੇ ਅੱਗੇ ਵਿਦਿਆਰਥੀਆਂ ਨੂੰ PhD ਕਰਵਾ ਰਹੀ ਹੈ। ਸੋ ਇਸ ਕਰਕੇ ਸਾਨੂੰ ਲੱਗਦਾ ਕਿ ਹਾਇਰ ਐਜੂਕੇਸ਼ਨ ਦੇ ਵੱਲ ਜੇ ਮੈਂ ਕਹਾਂ ਬਿਲਕੁਲ ਵੀ ਧਿਆਨ ਹੈ ਨਹੀਂਗਾ ਪੰਜਾਬ ਸਰਕਾਰ ਦਾ, ਔਰ ਜਿਹੜੇ ਮੰਤਰੀ ਹਰਜੋਤ ਸਿੰਘ ਬੈਂਸ ਹੈ, ਇਹਨਾਂ ਨੂੰ ਇਹਦੇ ਤੇ ਜਲਦ ਧਿਆਨ ਦੇਣਾ ਪਏਗਾ। ਇਹ ਤੁਸੀਂ ਏਡਡ ਕਾਲਜਾਂ ਦੀ ਗੱਲ ਕੀਤੀ, ਇਹਦਾ ਮਤਲਬ ਇਸ ਤੋਂ ਵੱਧ ਤੋਂ ਬੱਤਰ ਹਾਲਾਤ ਤੇ ਸਰਕਾਰੀ ਕਾਲਜਾਂ ਦੇ ਹੋਣਗੇ। ਹਾਂ ਭੁੱਲਰ ਸਾਹਿਬ, ਸਰਕਾਰੀ ਕਾਲਜਾਂ 'ਚ ਤਾਂ ਪੁੱਛੋ ਕੁਛ ਨਾ। 1158 ਦੀ ਭਰਤੀ ਹੋਈ ਸੀਗੀ, ਇੱਕ ਆਸ ਜਾਗੀ ਸੀ ਕਿ ਬੜੇ ਵੈਲ ਕੁਆਲੀਫਾਈਡ ਲੋਕ ਸੀਗੇ, ਹੈ ਨਾ, PhD ਕੀਤੀਆਂ ਹੋਈਆਂ ਸੀ। ਮਤਲਬ 1158 ਚੋਂ 700-800 ਦਾ PhD ਸੀਗਾ, ਤੇ ਇੰਨਾ ਰਿਸਰਚ ਵਰਕ ਸੀਗਾ। ਤੇ ਉਹ ਸਿਰਫ ਉਹ ਵੀ ਇੱਕ ਪੁਰਾਣੀ ਸਰਕਾਰ ਦੀ ਗਲਤੀ ਕਰਕੇ ਕਿ ਤੁਸੀਂ ਬਕਾਇਦਾ ਪ੍ਰੋਪਰ ਪ੍ਰੋਸੀਜਰ ਨਹੀਂ, ਜੋ ਜਸਟਿਸ ਮਹਾਬੀਰ ਸਿੰਘ ਨੇ ਆਪਣੀ ਜੱਜਮੈਂਟ 'ਚ ਕਿਹਾ ਕਿ ਪ੍ਰੋਸੀਜਰ ਨਹੀਂ ਅਡਾਪਟ ਕੀਤਾ, ਤੇ ਪ੍ਰੋਸੀਜਰ ਨਹੀਂ ਅਡਾਪਟ ਕੀਤਾ, ਇਹਦੇ 'ਚ ਉਹਨਾਂ ਦੀ ਕੀ ਗਲਤੀ ਹੈ? ਲੇਕਿਨ ਉਹ ਭੁਗਤਣੀ ਉਹਨਾਂ ਨੂੰ ਪੈ ਰਹੀ ਹੈ। ਸੋ ਇਸ ਕਰਕੇ ਸਰਕਾਰੀ ਕਾਲਜਾਂ 'ਚ ਤਾਂ ਬੰਦੇ ਹੀ ਹੈ ਨਹੀਂਗੇ। ਗੈਸਟ ਫੈਕਲਟੀ ਟੀਚਰਸ ਦੇ ਨਾਲ ਚੱਲ ਰਿਹਾ, ਤੇ ਬਾਕੀ ਹੁਣ ਸਰਕਾਰ ਕਹਿੰਦੀ ਆ ਅਸੀਂ ਕੋਈ 300 350 ਪੋਸਟਾਂ ਭਰਨੀਆਂ ਨੇ। ਉਹ ਵੀ ਦੇਖੋ ਜਦੋਂ ਇਹ ਗੱਲਾਂ ਹੀ ਨੇ, ਤੇ ਜਦ ਤੱਕ ਕੁਝ ਫਾਈਨਲ ਨਹੀਂ ਹੁੰਦਾ ਅਸੀਂ ਕਹਿ ਨਹੀਂ ਸਕਦੇ। ਜਿਹੜੇ ਸੂਬੇ ਦੇ ਵਿੱਚ ਏਡਡ ਕਾਲਜ ਕਿੰਨੇ ਨੇ ਤੇ ਸਰਕਾਰੀ ਕਾਲਜ ਕਿੰਨੇ, ਤੇ ਫੈਕਲਟੀ ਕਿੰਨੀ ਹੈ ਦੋਨਾਂ 'ਚ ਮਿਲਾ ਕੇ, ਕਿ ਕੋਈ ਕੰਮ ਦੀ ਗੱਲ ਹੋ ਰਹੀ ਹੈ ਜੀ? ਇਸ ਤਰ੍ਹਾਂ ਸਰ ਕਿ 136 ਦਾ ਸਾਡੇ ਏਡਡ ਕਾਲਜ ਹੈ, ਗ੍ਰਾਂਟ ਇਨ ਏਡ ਦੇ, ਜਿਨ੍ਹਾਂ ਨੂੰ 95% ਜਿਹੜੀ ਹੈ ਡੈਫੀਸ਼ੀਟ ਗ੍ਰਾਂਟ ਹੈ, ਘਾਟੇ ਦੀ ਗ੍ਰਾਂਟ ਹੈ, 1978 ਤੋਂ ਪੰਜਾਬ ਸਰਕਾਰ ਦੇ ਰਹੀ ਹੈ, ਤੇ 65 ਸਾਡੇ ਜਿਹੜੇ ਸਰਕਾਰੀ ਕਾਲਜ ਹੈਗੇ ਨੇ। ਇਸ ਤੋਂ ਇਲਾਵਾ ਅਨਏਡਡ ਕਾਲਜ ਵੀ ਹੈਗੇ ਆ ਤਿੰਨੋਂ ਯੂਨੀਵਰਸਿਟੀਜ਼ ਦੇ। ਸੋ ਕੁੱਲ ਮਿਲਾ ਕੇ ਜੋ DHE ਦੀ ਵੈਬਸਾਈਟ ਹੈ, ਉੱਥੇ ਕੋਈ 450 ਕਾਲਜ ਬੋਲਦੇ ਪਏ ਨੇ ਕਿ ਇਹ ਪੰਜਾਬ ਦੇ ਵਿੱਚ ਹੈਗੇ ਆ, ਲੇਕਿਨ ਫੈਕਲਟੀ ਦਾ ਹਾਲ ਬਹੁਤ ਮਾੜਾ ਹੈਗਾ। ਕੱਲੀ ਫੈਕਲਟੀ ਮੈਂ ਕਿਉਂ ਕਹਾਂ, ਸਟੂਡੈਂਟਸ ਦਾ ਵੀ ਬਹੁਤ ਮਾੜਾ ਹਾਲ ਹੈ। ਇਸ ਕਰਕੇ ਮਨ ਮਰਜ਼ੀ ਦੀਆਂ ਫੀਸਾਂ ਲਈਆਂ ਜਾ ਰਹੀਆਂ। ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਸਰਕਾਰ ਹੈ, ਤੇ ਜੇ ਲੋਕਾਂ ਦੀ ਸਰਕਾਰ ਹੈ ਤੇ ਫਿਰ ਇਹ ਕਿੱਦਾਂ ਹੋ ਸਕਦਾ ਵੀ ਇੱਕ ਯੂਨੀਵਰਸਿਟੀ ਦੇ ਅਧੀਨ ਚੱਲਣ ਵਾਲੇ ਕਾਲਜ ਵੱਖ-ਵੱਖ ਫੀਸਾਂ ਲਈ ਜਾਂਦੇ? ਤੁਸੀਂ ਜਲੰਧਰ ਦੇ ਵਿੱਚ ਚਲੇ ਜਾਓ, ਉੱਥੇ ਜੇ 9 ਕਾਲਜ ਹੈ ਤੇ ਇੱਕ ਕੋਰਸ ਦੀਆਂ 9 ਫੀਸਾਂ ਲਈਆਂ ਜਾ ਰਹੀਆਂ। ਕੋਈ 60 ਲਈ ਜਾਂਦਾ ਪਿਆ, ਕੋਈ 40 ਲਈ ਜਾਂਦਾ ਪਿਆ, ਕੋਈ 75 ਵੀ ਲਈ ਜਾਂਦਾ ਪਿਆ। ਇਹ ਫੈਕਟ ਹੈ। ਇਹੀ ਹਾਲ ਲੁਧਿਆਣੇ ਦੇ ਵਿੱਚ ਹੈ, ਇਹੀ ਹਾਲ ਪਟਿਆਲੇ ਦੇ ਵਿੱਚ ਹੈ। ਜਿੱਥੇ ਮਰਜ਼ੀ ਦੇਖ ਲਓ। ਕੀ ਯੂਨੀਵਰਸਿਟੀਆਂ ਨੂੰ ਪਤਾ ਨਹੀਂ ਹੈ? ਕੀ ਇਹਨਾਂ ਵਾਈਸ ਚਾਂਸਲਰਾਂ ਨੂੰ ਨਜ਼ਰ ਨਹੀਂ ਆਉਂਦਾ? ਮਤਲਬ ਵਾਈਸ ਚਾਂਸਲਰ ਦੇ ਅਹੁਦੇ ਤੇ ਬੈਠੇ ਹੋ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਹੈ? ਅਸੀਂ ਪਿੱਛੇ ਜੀ ਡਾਕਟਰ ਜਸਪਾਲ ਜੀ ਨਾਲ ਵੀ ਗੱਲਬਾਤ ਕੀਤੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC। ਅਸੀਂ ਡਾਕਟਰ ਅਰਵਿੰਦ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ। ਅਸੀਂ ਕਿਹਾ ਡਾਕਟਰ ਸਾਹਿਬ, ਸਾਨੂੰ ਤਾਂ ਉਮੀਦ ਹੈ ਤੁਹਾਡੇ ਵਰਗੇ ਵਾਈਸ ਚਾਂਸਲਰ ਬਣੇ ਆ, ਤੇ ਉਮੀਦ ਹੈ ਵੀ ਕਾਲਜ ਦੇ ਜਿਹੜੇ ਪ੍ਰੋਫੈਸਰ ਨੇ ਜਾਂ ਹਾਇਰ ਐਜੂਕੇਸ਼ਨ ਦੇ ਵਿੱਚ ਇੱਕ ਵੱਡਾ ਸੁਧਾਰ ਹੋਏਗਾ। ਦੇਖੋ, ਵੇਟ ਕਰ ਰਹੇ ਹਾਂ ਉਹਦੀ। ਅੱਛਾ, ਤੁਸੀਂ ਜਿਵੇਂ ਕਿਹਾ ਕਿ ਇਹਨਾਂ ਦੇ ਨਕੇਲ ਪਾਉਣ ਦੀ ਜ਼ਰੂਰਤ ਹੈ, ਨਕੇਲ ਕੌਣ ਪਾਊਗਾ? DPI ਕਾਲਜ, ਪੰਜਾਬ ਸਰਕਾਰ ਜਾਂ ਯੂਨੀਵਰਸਿਟੀ? ਕੌਣ ਕੰਟਰੋਲਿੰਗ ਅਥਾਰਟੀ ਕੌਣ ਹੈ ਫਿਰ ਇਹਨਾਂ ਲੋਕਾਂ ਦੀ? ਦੇਖੋ ਸਰ, ਇਸ ਤਰ੍ਹਾਂ ਹੈ ਕਿ ਜਿਹੜੇ ਵੀ ਸਾਡੇ ਕਾਲਜ ਚੱਲਦੇ ਨੇ ਉਹ UGC ਗਾਈਡਲਾਈਨਸ ਦੇ ਅਕੋਰਡਿੰਗਲੀ ਚੱਲਦੇ ਨੇ। ਇਸ ਕਰਕੇ ਉਹ UGC ਦੀਆਂ ਗਾਈਡਲਾਈਨਸ ਆਉਂਦੀਆਂ, ਉਹਨੂੰ ਪੰਜਾਬ ਸਰਕਾਰ ਨੇ ਅਡਾਪਟ ਕੀਤਾ ਹੋਇਆ। ਜਿੱਦਾਂ ਹੁਣ ਵੀ ਪਿੱਛੇ ਜੀ ਪੰਜਾਬ ਸਰਕਾਰ ਨੇ 2018 ਦੀਆਂ ਗਾਈਡਲਾਈਨਸ ਅਡਾਪਟ ਕਰ ਲਈਆਂ। ਰੂਲਸ ਰੈਗੂਲੇਸ਼ਨਸ ਉਹੀ ਨੇ। ਉਸ ਤੋਂ ਬਾਅਦ ਆਉਂਦੇ ਯੂਨੀਵਰਸਿਟੀ ਦੇ ਕੈਲੰਡਰ, ਜਿਹਨੂੰ ਅਸੀਂ ਕਾਨਸਟੀਟਿਊਸ਼ਨ ਆਫ ਦਾ ਯੂਨੀਵਰਸਿਟੀ ਕਹਿੰਦੇ ਆ। ਸੋ ਉਹ ਕੈਲੰਡਰ ਦੇ ਮੁਤਾਬਕ ਚੱਲਣਾ ਪਏਗਾ। ਜਿੱਥੇ ਜਿੱਥੇ ਕੈਲੰਡਰ ਸਾਇਲੈਂਟ ਹੈ, ਉੱਥੇ ਉੱਪਰ ਸਾਡੇ ਉੱਪਰ ਫਿਰ CSR ਲਾਗੂ ਹੁੰਦਾ, ਸਿਵਲ ਸਰਵਿਸਿਜ਼ ਰੂਲਸ ਲਾਗੂ ਹੁੰਦੇ ਨੇ। ਸੋ ਇਹਦਾ ਮਤਲਬ ਹੈ ਯੂਨੀਵਰਸਿਟੀਆਂ ਚਾਹਣ, ਉਹਨਾਂ ਕੋਲ ਪਾਵਰ ਹੈ ਕਿ ਉਹ ਇਹਨਾਂ ਨੂੰ ਡਿਸਐਫੀਲੀਏਟ ਕਰ ਸਕਦੀਆਂ ਨੇ ਇਹਨਾਂ ਕਾਲਜਾਂ ਨੂੰ, ਪਰ ਨਹੀਂ ਕਰਦੀਆਂ।
ਪੰਜਾਬ ਸਰਕਾਰ ਦੇ ਕੋਲ ਹੈ। ਪਿੱਛੇ ਜੀ ਇਹਨਾਂ ਨੇ ਸਰਵਿਸ ਸਿਕਿਉਰਿਟੀ ਐਕਟ ਜਿਹੜਾ ਸਾਡਾ 1974 ਹੈ ਵਿਧਾਨ ਸਭਾ 'ਚ, ਉਹਦੇ 'ਚ ਅਮੈਂਡਮੈਂਟ ਹੋਈ ਹੈ। ਅਮੈਂਡਮੈਂਟ ਦੇ ਇਹ ਹੋਈ ਸੀ 2021 ਕਾਂਗਰਸ ਦੇ ਟਾਈਮ। ਉਹਦੇ 'ਚ ਉਹਨਾਂ ਨੇ ਕ੍ਰਿਸ਼ਨ ਕੁਮਾਰ ਉਹਨੇ ਉਦੋਂ ਸੈਕਟਰੀ ਸੀਗੇ, ਉਹਨਾਂ ਨੇ ਇੱਕ ਕਲੌਜ਼ ਲਿਆਂਦਾ 7A। ਉਹਦੇ 'ਚ 7C ਦੇ ਵਿੱਚੋਂ ਕੀ ਲੈ ਕੇ ਆਏ ਨੇ ਕਿ ਅੱਗੇ ਜੇ ਅਸੀਂ ਮੈਨੇਜਮੈਂਟਾਂ ਗਲਤ ਕੰਮ ਕਰਦੀਆਂ ਸੀ, ਭੰਗ ਕਰਾਉਣਾ ਹੁੰਦਾ ਸੀ ਤੇ ਸਾਨੂੰ ਕੋਰਟ ਤੋਂ ਆਰਡਰ ਲਿਆਣੇ ਪੈਂਦੇ ਸੀ। ਹੁਣ ਉਹਨਾਂ ਨੇ ਕਰ ਦਿੱਤਾ ਵੀ ਜੇ ਇਹਨਾਂ ਨੂੰ ਭੰਗ ਕਰਾਉਣਾ ਤਾਂ ਫਿਰ ਹਾਇਰ ਐਜੂਕੇਸ਼ਨ ਸੈਕਟਰੀ ਖੁਦ ਦੇਖੇ ਜਾਂ ਉਹਦੇ ਕੋਲ ਕੋਈ ਰਿਪੋਰਟਸ ਆਉਂਦੀਆਂ ਨੇ ਕਿ ਜੇ ਇਹ ਕਾਲਜ ਯੂਨੀਵਰਸਿਟੀ ਕੈਲੰਡਰ ਦੇ ਮੁਤਾਬਕ ਨਹੀਂ ਚੱਲਦੇ, ਠੀਕ ਹੈ ਨਾ, ਉੱਥੇ ਮਿਸ ਮੈਨੇਜਮੈਂਟ ਹੈ, ਤਾਂ ਫਿਰ ਤੁਸੀਂ ਇਹਨਾਂ ਮੈਨੇਜਮੈਂਟਾਂ ਨੂੰ 1 ਸਾਲ ਮੈਕਸਿਮਮ 2 ਸਾਲ ਭੰਗ ਕਰ ਸਕਦੇ ਹੋ। ਅਸੀਂ ਬੈਂਸ ਸਾਹਿਬ ਨੂੰ ਪਿੱਛੇ ਜੀ ਕਿਹਾ, ਬੈਂਸ ਸਾਹਿਬ 15 ਕਾਲਜਾਂ ਦੇ ਰਿਕਾਰਡ ਤੁਹਾਨੂੰ ਦੇ ਰਹੇ, ਇਹਨਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਨੇ, ਇਹਨਾਂ ਦੇ ਕੋਲ ਕਰੋੜਾਂ ਰੁਪਏ ਦੀਆਂ ਐਫਡੀਆਂ ਨੇ, ਤੁਸੀਂ ਇਹਦੀ ਆਡਿਟ ਕਰਾ ਲਓ, ਜਿਹਦੀ ਮੈਂ ਆਲਰੇਡੀ ਰਿਕਾਰਡ ਸਾਰਾ ਕੈਗ ਨੂੰ ਭੇਜ ਚੁੱਕਾ। ਇਸ ਤੋਂ ਇਲਾਵਾ ਮੈਂ ਪੰਜਾਬ ਆਡਿਟ ਨੂੰ ਵੀ ਇਹਦਾ ਰਿਕਾਰਡ ਭੇਜਿਆ ਹੋਇਆ। ਮੈਂ ਕਿਹਾ ਜੀ ਇਹਦੀ ਆਡਿਟ ਹੋ ਜੇ ਤੇ 2 ਸਾਲ ਦੇ ਲਈ ਡਿਪਟੀ ਕਮਿਸ਼ਨਰ ਜਾਂ ਇਲਾਕੇ ਦਾ ਐਸਡੀਐਮ ਹੈ, ਉਹਨੂੰ ਕਾਲਜਾਂ ਦਾ ਇੰਚਾਰਜ ਉਹੀ ਬਣੇਗਾ। ਤੇ ਮੈਂ ਕਿਹਾ ਜੀ 2 ਸਾਲ ਉਹਨਾਂ ਨੂੰ ਦਿਓ, ਤੁਸੀਂ ਨਹਾਰ ਬਦਲ ਦਿਓਗੇ ਇਹਨਾਂ ਕਾਲਜਾਂ ਦੀ। ਜਿਨ੍ਹਾਂ ਕਾਲਜਾਂ 'ਚ ਅੱਜ ਪ੍ਰੋਫੈਸਰ ਰੋ ਰਹੇ ਨੇ, ਵਿਦਿਆਰਥੀ ਰੋ ਰਹੇ ਨੇ, ਸਭ ਉੱਥੇ ਇੰਤਜ਼ਾਮ ਠੀਕ ਹੋ ਜਾਏਗਾ। ਤੁਸੀਂ ਡਿਪਟੀ ਕਮਿਸ਼ਨਰ ਨੂੰ ਦਿਓ, ਉਹਦਾ ਇੰਚਾਰਜ ਬਣਾਓ ਉਸ ਕਾਲਜ ਦਾ। ਸੋ ਸਰਕਾਰ ਨੂੰ ਤਾਂ ਬਾਰ-ਬਾਰ ਕਿਹਾ ਜਾ ਰਿਹਾ, ਪਰ ਸਰਕਾਰ ਪਤਾ ਨਹੀਂ ਹੈ। ਮਤਲਬ ਜਿਹੜੇ ਐਡਿਡ ਕਾਲਜ 45 ਸਾਲ ਤੋਂ ਗ੍ਰਾਂਟ ਲੈ ਰਹੇ 95%, ਲੇਕਿਨ ਐਜੂਕੇਸ਼ਨ ਤੇ ਫੋਕਸ ਨਹੀਂ ਹੋਇਆ, ਬਿਲਡਿੰਗਾਂ ਤੇ ਫੋਕਸ ਹੋ ਗਿਆ ਜਾਂ ਫੀਸਾਂ ਵਧਾਉਣ ਤੇ ਫੋਕਸ ਹੋ ਗਿਆ। ਬਿਲਡਿੰਗਾਂ ਤਾਂ ਜੀ ਤੁਸੀਂ ਅੱਜ ਜੇ ਐਡਿਡ ਕਾਲਜਾਂ 'ਚ ਜਾਓ ਤੇ ਗ੍ਰੇਨਾਈਟ ਲੱਗੇ ਹੋਏ ਨੇ, ਮਾਰਬਲ ਲੱਗੇ ਹੋਏ ਨੇ। ਗ੍ਰੇਨਾਈਟ ਮਾਰਬਲ ਦੇ ਨਾਲ ਤਾਂ ਕਾਲਜ ਨਹੀਂ ਚੱਲਦੇ ਜੀ। ਕਾਲਜ ਤਾਂ ਚੱਲਦੇ ਨੇ, ਡਾਕਟਰ ਰਾਧਾ ਕ੍ਰਿਸ਼ਨਨ ਉਹਨਾਂ ਨੇ ਕਿਹਾ ਸੀਗਾ ਵੀ ਕਾਲਜ ਤਾਂ ਚੱਲਦੇ ਨੇ ਜੇ ਟੀਚਰਸ ਨੇ ਇੱਕ ਸਿੰਪਲਿਸਿਟੀ ਦੇ ਨਾਲ, ਚਾਹੇ ਉਹ ਛੋਟਾ ਕਮਰਾ ਹੀ ਹੋਵੇ, ਉੱਥੇ ਵੀ ਜਿਹੜੇ ਟੀਚਰ ਨੇ ਜਿਹਦੀਆਂ ਆਪਣੀਆਂ ਨੀਡਸ ਫੁੱਲਫਿਲ ਹੁੰਦੀਆਂ ਨੇ, ਉਹਨੂੰ ਬਕਾਇਦਾ ਇੱਕ ਤਨਖਾਹ, ਉਹਦੇ ਭੱਤੇ ਮਿਲਦੇ ਨੇ, ਤਾਂ ਟੀਚਰ ਤਾਂ ਜਾਨ ਲਾ ਦਿੰਦਾ ਵਿਦਿਆਰਥੀਆਂ ਦੇ ਲਈ। ਲੇਕਿਨ ਹੁਣ ਮੈਨੇਜਮੈਂਟਾਂ ਨੂੰ ਲੱਗਿਆ, ਉਹਨਾਂ ਨੇ ਧੰਦਾ ਬਣਾ ਲਿਆ, ਬਿਜ਼ਨਸ ਬਣਾ ਲਿਆ ਵੀ ਇਹਨੂੰ ਇੱਕ ਫੈਕਟਰੀ ਬਣਾ ਲਓ, ਫੈਕਟਰੀ ਦੀ ਤਰ੍ਹਾਂ ਉਹਨੂੰ ਡੀਲ ਕਰੋ। ਇਹ ਸਾਡੇ ਵਰਕਰਸ ਹੈਗੇ, ਮੁਲਾਜ਼ਮ ਹੈਗੇ ਆ, ਤੇ ਵਰਕਰਾਂ ਨੂੰ ਉੱਦਾਂ ਹੀ ਇਹ ਜਦੋਂ ਮਰਜ਼ੀ ਕੱਢ ਦਿੱਤਾ, ਜਦੋਂ ਮਰਜ਼ੀ ਹਾਇਰ ਐਂਡ ਫਾਇਰ ਹੈ, ਇਹਨੂੰ ਸੱਦ ਲਿਆ, ਉਹਨੂੰ ਰੱਖ ਲਿਆ। ਸੋ ਇਸ ਤਰ੍ਹਾਂ ਨਹੀਂ ਚੱਲਣਾ। ਮੈਂ ਇੱਕ ਹੋਰ ਤੁਹਾਨੂੰ ਦੱਸਾਂ ਵੀ ਪਿੱਛੇ ਜੀ ਤਾਂ ਇਹਨਾਂ ਨੇ ਹੱਦ ਇਹ ਕੀਤੀ, ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਵੀ ਚਿੱਠੀ ਪਾਈ ਹੈ, ਜਦੋਂ ਗੁਰਮੀਤ ਸਿੰਘ ਮੀਤ ਹੇਅਰ ਹੋਣੇ ਸੀ, ਉਹਨਾਂ ਨੇ ਮੇਰੀ ਕੰਪਲੇਂਟ ਤੇ ਮਤਲਬ ਮੈਨੇਜਮੈਂਟਾਂ ਨੇ ਇਨਐਲੀਜੀਬਲ ਪ੍ਰਿੰਸੀਪਲਸ ਰੱਖੇ। ਉਹ ਕਿਵੇਂ ਜੀ? ਉਹ ਇਸ ਤਰ੍ਹਾਂ ਕਿ ਅਯੋਗ ਪ੍ਰਿੰਸੀਪਲ, ਇੱਦਾਂ ਕਿ UGC ਗਾਈਡਲਾਈਨਸ ਕਹਿੰਦੀਆਂ ਕਿ ਜਿਹੜੇ ਬੰਦੇ ਐਸੋਸੀਏਟ ਬਣਨਗੇ ਉਹੀ ਅੱਗੇ ਪ੍ਰਿੰਸੀਪਲ ਬਣ ਸਕਦੇ ਆ, ਤੇ ਐਸੋਸੀਏਟ ਉਹੀ ਬਣੂਗਾ ਜਿਹੜਾ ਕਿ ਭੁੱਲਰ ਸਾਹਿਬ ਉਹ ਕਹਿੰਦੇ ਬਈ UGC ਗਾਈਡਲਾਈਨਸ 2010 ਜਿਹੜੀਆਂ ਸੀਗੀਆਂ, ਉਹ ਕਹਿੰਦੇ ਸੀ ਵੀ ਸਿਲੈਕਸ਼ਨ ਪੈਨਲ ਦੇ ਥਰੂ ਬਣੇ। ਤੁਸੀਂ ਹੈਰਾਨ ਹੋਵੋਗੇ, ਅਸੀਂ ਰਿਕਾਰਡ ਭੇਜੇ ਆ ਗਵਰਨਮੈਂਟ ਨੂੰ ਕਿ ਜੀ ਇਹ ਸਿਲੈਕਸ਼ਨ ਪੈਨਲ ਤੋਂ ਬਿਨਾਂ ਹੀ ਬਣ ਗਏ। ਤੇ ਪਿੱਛੇ ਜੀ ਮੈਂ ਡਾਕਟਰ ਜਸਪਾਲ ਜੀ ਕੋਲ ਬੈਠੇ ਸੀ, ਅਸੀਂ ਉਹਨਾਂ ਨੂੰ ਕਿਹਾ ਜੀ ਜੇ 1158 ਵਾਲਿਆਂ ਨੂੰ, ਜਿਹੜੇ ਕਿ ਵੈਲ ਕੁਆਲੀਫਾਈਡ ਬੰਦੇ ਸੀਗੇ, ਉਹਨਾਂ ਦਾ ਆਰਡਰ ਇਸੇ ਕਰਕੇ ਕੁਐਸ਼ ਹੋ ਗਿਆ ਕਿ ਜੀ ਉਹ ਪੈਨਲ ਨਹੀਂ ਸੀ ਆਏ, ਪ੍ਰੋਸੀਜਰਲ ਲੈਪ ਸੀਗਾ, ਤੇ ਫਿਰ ਇਹ ਪ੍ਰਿੰਸੀਪਲ ਕਿਵੇਂ ਬੈਠੇ ਨੇ? ਔਰ ਤੁਸੀਂ ਹੈਰਾਨ ਹੋਵੋਗੇ, ਪੰਜਾਬ ਯੂਨੀਵਰਸਿਟੀ ਦੇ 8 ਪ੍ਰਿੰਸੀਪਲ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 2 ਨੇ, VC ਦੇ ਨੌਲੇਜ ਦੇ ਵਿੱਚ ਹੈ, ਡਾਕਟਰ ਅਰਵਿੰਦ ਦੀ ਨੌਲੇਜ 'ਚ ਹੈ ਕਿ ਇੱਕ DAV ਕਾਲਜ ਬਠਿੰਡੇ ਦਾ ਪ੍ਰਿੰਸੀਪਲ ਹੈ। ਕਿੱਦਾਂ ਬਣ ਗਿਆ ਉਹ? ਅਸੀਂ ਸਾਰਾ ਰਿਕਾਰਡ ਭੇਜ ਚੁੱਕੇ ਹਾਂ, ਲੇਕਿਨ ਤੁਸੀਂ ਹੈਰਾਨ ਹੋਵੋਗੇ 4-4 ਮਹੀਨੇ ਹੋ ਗਏ, ਕਾਰਵਾਈ ਕੋਈ ਨਹੀਂ ਹੋ ਰਹੀ। ਕੀ VC ਨੂੰ ਪਤਾ ਨਹੀਂ ਹੈ? ਡਾਕਟਰ ਅਰਵਿੰਦ ਨੂੰ ਨਹੀਂ ਪਤਾ? ਡਾਕਟਰ ਅਰਵਿੰਦ ਦੀ ਨੌਲੇਜ ਹੈ ਸਾਰਾ ਕੇਸ, ਲੇਕਿਨ ਉਹਨਾਂ 'ਤੇ ਕਾਰਵਾਈ ਕੋਈ ਨਹੀਂ ਹੁੰਦੀ ਪਈ ਹੈ। ਕਰੋੜਾਂ ਰੁਪਈਆ ਪੰਜਾਬ ਸਰਕਾਰ ਦਾ ਉਹਨਾਂ ਅਯੋਗ ਪ੍ਰਿੰਸੀਪਲਾਂ ਨੂੰ ਜਾ ਰਿਹਾ, ਤੇ ਫਿਰ ਅਸੀਂ ਕਹਿੰਦੇ ਉਹਨਾਂ 1158 ਦੇ ਨਾਲ ਇਨਜਸਟਿਸ ਕਿਉਂ? ਇਹਨਾਂ ਪ੍ਰਿੰਸੀਪਲਾਂ 'ਤੇ ਕਿਉਂ ਨਹੀਂ ਤੁਸੀਂ ਮਤਲਬ ਕੀ ਤੁਸੀਂ ਪੰਜਾਬ ਜਾਂ ਜਿਨ੍ਹਾਂ ਦੀ ਦਿੱਲੀ ਤੱਕ ਮੈਨੇਜਮੈਂਟ ਜਾਂਦੀ ਹੈ, ਉਹਨਾਂ ਦੇ ਦਬਾਅ 'ਚੋਂ? ਵੱਡੀ ਮੈਨੇਜਮੈਂਟ ਹੈ ਕੋਈ ਪੰਜਾਬ ਦੀ ਜਿਹਦੇ ਦਬਾਅ 'ਚ, ਜਿਹਦੇ ਕਰਕੇ ਤੁਸੀਂ ਫੈਸਲਾ ਨਹੀਂ ਲੈ ਰਹੇ। ਮਤਲਬ ਮੈਨੇਜਮੈਂਟ ਹੇਠ ਸਰਕਾਰ ਵੀ ਹੈਗੀ, ਮੈਨੇਜਮੈਂਟ ਦਾ ਦਬਾਅ ਸਰਕਾਰ ਤੇ ਵੀ। ਦੇਖੋ ਜ਼ਰੂਰ ਸਾਨੂੰ ਤਾਂ ਲੱਗ ਰਿਹਾ ਜੀ, ਅੱਗੇ ਤਾਂ ਇਹ ਸਰਕਾਰ ਆਈ ਸੀ ਇੱਕ ਬਦਲਾਓ ਦੀ ਸਰਕਾਰ, ਇਸੇ ਕਰਕੇ ਸਾਡੇ ਵਰਗੇ ਬੰਦੇ ਉੱਠੇ ਵੀ ਇਹਨਾਂ ਨੂੰ ਰਿਕਾਰਡ ਤਾਂ ਦਈਏ। ਮਾਨ ਸਾਹਿਬ ਨੇ ਇੱਕ ਨੰਬਰ ਦਿੱਤਾ ਸੀ ਕਿ ਇੱਥੇ ਤੁਸੀਂ ਕੰਪਲੇਂਟ ਕਰੋ ਜੀ ਤੇ ਅਸੀਂ ਤੁਹਾਡੀ ਕੰਪਲੇਂਟ ਦਾ ਹੱਲ ਹੋਏਗਾ। ਇੱਥੇ ਤਾਂ ਰਿਕਾਰਡ ਦੇ ਦਿੱਤਾ। ਮੇਰੀ ਕੰਪਲੇਂਟ ਤੇ ਸਾਰੇ ਪੰਜਾਬ 'ਚੋਂ ਕਾਪੀ ਪਈ ਹੈ। ਮੇਰੀ ਕੰਪਲੇਂਟ ਤੇ ਭੁੱਲਰ ਸਾਹਿਬ ਮੀਤ ਹੇਅਰ ਉਹਨਾਂ ਨੇ ਇੱਕ ਕਮੇਟੀ ਬਣਾਈ। ਇਹ ਉਸ ਕਮੇਟੀ ਦੀ ਰਿਪੋਰਟ ਆਏ ਨੂੰ ਵੀ 8 ਮਹੀਨੇ ਤੋਂ ਉੱਪਰ ਹੋ ਗਏ ਆ। ਜਨਤਕ ਕਿਉਂ ਨਹੀਂ ਕੀਤੀ ਜਾ ਰਹੀ? ਬੈਂਸ ਸਾਹਿਬ ਨੂੰ ਵੀ ਮਿਲ ਚੁੱਕੇ ਆ, ਕਿੱਥੇ ਧੱਕੇ ਨਹੀਂ ਖਾ ਚੁੱਕੇ ਆ, ਜਨਤਕ ਨਹੀਂ ਕੀਤੀ ਜਾ ਰਹੀ। ਜਨਤਕ ਕਿਹਨੇ ਕਰਨੀ? ਹਰਜੋਤ ਸਿੰਘ ਬੈਂਸ ਨੇ ਕਰਨੀ, DPI ਕਾਲਜ ਨੇ ਕਰਨੀ, ਜਾਂ ਸੈਕਟਰੀ ਐਜੂਕੇਸ਼ਨ ਨੇ ਕਰਨੀ? ਦੇਖੋ ਕਰਨੀ ਤਾਂ ਉਹ ਹਾਇਰ ਐਜੂਕੇਸ਼ਨ ਮਹਿਕਮੇ ਨੇ ਹੈ, ਲੇਕਿਨ ਮਿਨਿਸਟਰ ਕੌਣ ਹੈ? ਬੈਂਸ ਸਾਹਿਬ ਨੇ। ਸਾਨੂੰ ਤਾਂ ਇੱਥੇ ਤੱਕ ਵੀ ਪਤਾ ਲੱਗਿਆ ਸੂਤਰਾਂ ਤੋਂ ਕਿ ਮੀਤ ਹੇਅਰ ਜੀ ਨੇ ਜਦੋਂ ਮਿਨਿਸਟਰ ਸੀਗੇ ਉਹਦੇ ਉੱਪਰ ਇੱਕ ਨੋਟ ਵੀ ਦੇ ਕੇ ਗਏ ਹੋਏ ਨੇ, ਔਰ ਉਹਨਾਂ ਨੇ ਇਹਨਾਂ ਸਾਰੇ ਪ੍ਰਿੰਸੀਪਲਾਂ ਨੂੰ ਲਾਣ ਦੇ ਸਿਗਨੇਚਰ ਵੀ ਹੋਏ ਨੇ, ਲੇਕਿਨ ਉਸ ਤੋਂ ਬਾਅਦ ਉਹ ਪਤਾ ਨਹੀਂ ਰਿਪੋਰਟ ਕਿਉਂ ਨਹੀਂ ਆਈ ਹੋਈ ਹੈ। ਔਰ ਮੈਂ ਉਹਦੇ ਰਿਗਾਰਡਿੰਗ ਇੱਕ RTI ਵੀ ਪਾਈ ਹੈ DPI ਮਹਿਕਮੇ ਨੂੰ ਕਿ ਮੈਨੂੰ ਜੀ ਉਹ ਸਾਰੀ ਫਾਈਲ ਨੋਟਿੰਗ ਦਿੱਤੀ ਜਾਵੇ। ਮੈਂ ਦੇਖਣਾ ਚਾਹੁੰਦਾ ਵੀ ਮੀਤ ਹੇਅਰ ਜੀ ਕੀ ਲਿਖ ਕੇ ਦੇ ਕੇ ਗਏ ਆ, ਪਰ ਮੈਨੂੰ RTI 'ਚ ਜਵਾਬ ਨਹੀਂ ਦਿੱਤਾ ਜਾ ਰਿਹਾ। ਉਸ ਰਿਪੋਰਟ ਦੇ ਵਿੱਚ ਤੁਹਾਡਾ ਕੀ ਤਜਰਬਾ ਕਹਿੰਦਾ ਕਿ ਕੀ ਐਡੀ ਖਾਸ ਗੱਲ ਆ ਜਾਂ ਕੀ ਐਡੇ ਤੱਤ ਨੇ ਜਿਹੜੇ ਸਰਕਾਰ ਪੰਜਾਬ ਦੀ ਜਨਤਾ ਨੂੰ ਦੱਸਣਾ ਨਹੀਂ ਚਾਹੁੰਦੀ? ਕਿ ਕਾਹਦਾ ਡਰ ਹੈ, ਕਾਹਦਾ ਖੌਫ ਆ, ਜਾਂ ਕੁਛ ਮਾਇਆ ਦੀ ਖੇਡ ਆ?
ਇਹੀ ਤਾਂ ਸਾਡੀ ਸਮਝ ਤੋਂ ਬਾਹਰ ਹੈ। ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਜੀ ਜ਼ਮੀਨਾਂ ਦੇ ਕਬਜ਼ੇ ਛੁਡਾਣੇ ਆ ਤੇ ਰਿਕਵਰੀਆਂ ਪਾਣੀਆਂ, ਇੱਥੇ ਵੀ ਤਾਂ ਰਿਕਵਰੀਆਂ ਪਾਉਣ ਦੀ ਗੱਲ ਹੀ ਅਸੀਂ ਕਰ ਰਹੇ ਹਾਂ। ਅਸੀਂ ਤਾਂ ਕਹਿ ਰਹੇ ਹਾਂ ਕਰੋੜਾਂ ਰੁਪਈਆ ਪਿੱਛੇ ਜੀ ਨਾ ਜੀ ਇੱਕ ਹਰਿਆਣਾ ਦੇ ਵਿੱਚ ਸਟੇਟ ਜਿਹੜੀ ਆਪਣੀ ਹਰਿਆਣਾ ਹੈ, ਉੱਥੇ ਜਦੋਂ ਪ੍ਰਮੋਸ਼ਨਾਂ ਕੀਤੀਆਂ ਕਾਲਜਸ 'ਚ ਤਾਂ API ਸਕੋਰ ਨੂੰ ਹੇਰਾਫੇਰੀ ਉਹਦੇ 'ਚ ਕਰ ਲਈ ਗਈ। ਤਾਂ ਕੈਗ ਨੇ ਕਿਹਾ ਕਿ ਸਿਰਫ API ਸਕੋਰ ਦੇ ਵਿੱਚ ਹੇਰਾਫੇਰੀ ਕਰਨ ਦੇ ਨਾਲ 14 ਕਰੋੜ ਦਾ ਲਾਸ ਜਿਹੜਾ ਉਹ ਹਰਿਆਣਾ ਸਰਕਾਰ ਨੂੰ ਹੋਇਆ। ਤੇ ਮੈਂ ਦੁਬਾਰਾ ਫਿਰ CM ਸਾਹਿਬ ਨੂੰ ਚਿੱਠੀ ਲਿਖੀ, ਮੈਂ ਕਿਹਾ ਜੀ ਉੱਥੇ ਤਾਂ 14 ਦਾ ਹੋਇਆ ਨਾ, ਇੱਥੇ 18 ਕਰੋੜ ਤੋਂ ਉੱਪਰ ਦਾ ਅਸੀਂ ਤੁਹਾਨੂੰ ਹਿਸਾਬ ਦੇ ਰਹੇ ਹਾਂ। ਅਸੀਂ ਸਿਰਫ ਇੰਨੀ ਇੱਕ ਮੰਗ ਰੱਖੀ ਸੀ ਕਿ ਜੀ 30/7/2013, ਮੈਂ ਨਹੀਂ ਕਹਿ ਰਿਹਾ, ਜਸਟਿਸ ਮਹਾਬੀਰ ਸਿੰਘ ਕਹਿ ਰਹੇ ਆ ਹਾਈ ਕੋਰਟ ਦੇ ਜੱਜ, ਇਸ ਤੋਂ ਬਾਅਦ ਜਿੰਨੇ ਵੀ ਬੰਦੇ ਪ੍ਰਿੰਸੀਪਲ ਬਣੇ ਕਾਲਜਾਂ 'ਚ, ਜਿੰਨੇ ਵੀ ਬੰਦੇ ਐਸੋਸੀਏਟ ਬਣੇ ਆ, ਚੈੱਕ ਕਰਾ ਲਓ ਕਿ ਕੀ ਉਹ ਪੈਨਲ ਦੇ ਥਰੂ ਬਣੇ ਆ ਜਾਂ ਫਿਰ ਮਾਇਆ ਦੇ ਥਰੂ ਬਣੇ ਆ। 30 40 40 50 ਹਜ਼ਾਰ ਰੁਪਈਆ ਦਿੱਤਾ ਤੇ ਆਪਣੀਆਂ ਅਪਰੂਵਲਾਂ ਕਢਾ ਕੇ ਲੈ ਗਏ। ਮੈਂ ਤਾਈਓ ਨੈਕਸਸ ਦੀ ਗੱਲ ਕਰ ਰਿਹਾ, ਕਿਉਂ ਨਹੀਂ ਇਹਦੇ ਤੇ ਕਰਦੇ। ਔਰ ਹਜੇ ਤਾਂ ਪਹਿਲਾ ਫੇਜ਼ ਸੀਗਾ ਜਾਂਚ ਦਾ, 8 ਬੰਦੇ ਉਹਦੇ 'ਚ ਲਿਆਂਦੇ ਸੀਗੇ, ਉਹ 8 ਬੰਦਿਆਂ ਦੀ ਰਿਪੋਰਟ ਜਨਤਕ ਕਿਉਂ ਨਹੀਂ ਹੋ ਰਹੀ? ਕਿਉਂ? ਉਸ ਤੋਂ ਬਾਅਦ ਤਾਂ ਫਿਰ ਭਾਂਬੜ ਮੱਚ ਜਾਣਾ। ਜਦੋਂ ਇਹ 8 ਬੰਦਿਆਂ ਦੀ ਰਿਪੋਰਟ ਆ ਗਈ ਭੁੱਲਰ ਸਾਹਿਬ, ਉਸ ਤੋਂ ਬਾਅਦ ਤਾਂ ਫਿਰ ਸਾਰਿਆਂ ਨੂੰ ਹੀ ਲਿਆਉਣਾ ਪੈਣਾ ਤੁਹਾਨੂੰ, ਤੁਸੀਂ ਕਿਸੇ ਨੂੰ ਨਹੀਂ ਛੱਡ ਪਾਓਗੇ। ਮਜਬੂਰੀ ਤਾਂ ਲੱਗਦਾ ਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਹੈ। ਦੇਖੋ ਲੱਗਦਾ ਤਾਂ ਇਹੀ ਹੈ ਜੀ, ਹਜੇ ਤੱਕ ਤਾਂ ਕਿੱਥੇ ਅਪਰੋਚ CM ਸਾਹਿਬ ਕੋਲ ਪਤਾ ਨਹੀਂ, ਅਸੀਂ ਟਾਈਮ ਮੰਗ ਰਹੇ, ਟਾਈਮ ਨਹੀਂ ਮਿਲਦਾ CM ਸਾਹਿਬ ਦੇ ਕੋਲੋਂ। ਕਿੱਥੇ ਜਾਈਏ ਹੁਣ, ਸਾਨੂੰ ਤਾਂ ਸਮਝ ਨਹੀਂ ਆਉਂਦਾ। ਪਹਿਲਾਂ ਗੁਰਮੀਤ ਹੋਣੀ ਮਿਨਿਸਟਰ ਸੀ, ਫਿਰ ਹਰਜੋਤ ਸਿੰਘ ਬੈਂਸ, ਤੁਹਾਡੀ ਦੋਨਾਂ ਨਾਲ ਮੁਲਾਕਾਤ ਹੋਈ ਜਾਂ CM ਸਾਹਿਬ ਨਾਲ ਹੋਈ ਮੁਲਾਕਾਤ? ਦੇਖੋ ਸਾਡੀ ਨਹੀਂ, CM ਸਾਹਿਬ ਨਾਲ ਤਾਂ ਕੋਈ ਮੁਲਾਕਾਤ ਨਹੀਂ ਹੋਈ, ਲੇਕਿਨ ਦੋਨਾਂ ਮਿਨਿਸਟਰਸ ਦੇ ਨਾਲ ਸਾਡੀ ਮੁਲਾਕਾਤ ਹੋਈ ਹੈ। ਮੀਥੇਰ ਉਹਨਾਂ ਨਾਲ ਵੀ ਹੋਈ ਹੈ ਤੇ ਹਰਜੋਤ ਬੈਂਸ ਉਹਨਾਂ ਨਾਲ ਵੀ ਹੋਈ ਹੈ। ਈਵਨ ਹਰਜੋਤ ਬੈਂਸ ਜੀ ਨਾਲ ਤਾਂ ਅਸੀਂ 2-3 ਮੀਟਿੰਗਸ ਕਰ ਲਈਆਂ ਨੇ। ਕੀ ਕਹਿੰਦੇ ਹਰਜੋਤ ਸਿੰਘ ਬੈਂਸ ਸਾਹਿਬ, ਕੀ ਕਹਿੰਦੇ ਰਿਪੋਰਟ ਬਾਰੇ, ਕਿਉਂਕਿ ਉਹ ਦੱਬੀ ਕਿਉਂ ਆ? ਪਿੱਛੇ ਜੀ ਜਦੋਂ ਅਸੀਂ ਉਹਨਾਂ ਨੂੰ ਮਿਲੇ, ਆਨਲਾਈਨ ਪੋਰਟਲ ਦਾ ਇਸ਼ੂ ਚੱਲ ਰਿਹਾ ਸੀਗਾ, ਸਾਡੀ ਜਥੇਬੰਦੀ ਨੇ ਆਨਲਾਈਨ ਪੋਰਟਲ ਦੀ ਸਪੋਰਟ ਕੀਤੀ ਸਰਕਾਰ ਦੀ। ਅਸੀਂ ਕਿਹਾ ਜੀ ਟਰਾਂਸਪੇਰੈਂਟ ਸਿਸਟਮ ਆਏਗਾ, ਅਸੀਂ ਮੰਨਦੇ ਹਾਂ। ਉਦੋਂ ਵੀ ਅਸੀਂ ਸੈਕਟਰੀਏਟ 'ਚ ਉਹਨਾਂ ਨੂੰ ਮਿਲੇ ਤੇ ਬੈਂਸ ਸਾਹਿਬ ਕਹਿੰਦੇ ਵੀ ਕਈ ਸਾਹਿਬ 20 ਦਿਨ ਦਾ ਸਮਾਂ ਦੇ ਦਿਓ, ਆਨਲਾਈਨ ਪੋਰਟਲ 'ਚ ਅਸੀਂ ਉਲਝੇ ਹੋਏ ਹਾਂ, ਉਸ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ। ਲੇਕਿਨ ਹਜੇ ਵੀ ਨਹੀਂ ਹੋਈ ਹੈ। ਮੈਂ 5-4 ਦਿਨ ਪਹਿਲਾਂ DPI ਕਾਲਜਸ ਪੰਜਾਬ ਜਿਹੜੇ DHE ਨੇ ਸਾਡੇ ਅੱਜ ਕੱਲ੍ਹ, ਅਮਰਪਾਲ ਜੀ, ਉਹਨਾਂ ਨੂੰ ਵੀ ਫੋਨ ਕੀਤਾ। ਉਹ ਮੈਨੂੰ ਕਹਿਣ ਲੱਗੇ ਜੀ ਮੈਨੂੰ ਇੱਕ ਵਾਰੀ ਤੁਸੀਂ ਸਾਰੇ ਕਾਗਜ਼ ਭੇਜ ਦਿਓ। ਮੈਂ ਉਸੇ ਦਿਨ ਰਾਤ ਨੂੰ 10:40 ਤੇ ਉਹਨਾਂ ਨੂੰ ਮੇਲ ਕੀਤੀ ਹੈ ਤੇ WhatsApp ਕੀਤਾ। ਵੇਟ ਕਰ ਰਹੇ ਹਾਂ ਕਿ ਕਦੋਂ ਜਨਤਕ ਹੋਏਗੀ ਉਹ ਰਿਪੋਰਟ ਆਪਣੇ। ਇਹ ਤਾਂ ਲੱਗਦਾ ਕਿ ਪ੍ਰੋਫੈਸਰਾਂ ਦੇ ਦਬਾਅ ਜਾਂ ਜਿਹੜੀ ਮੈਨੇਜਮੈਂਟਾਂ ਨੇ ਪ੍ਰੋਫੈਸਰਾਂ ਨੂੰ ਪ੍ਰਿੰਸੀਪਲ ਬਣਾਇਆ ਜਾ ਕੇ ਸੀਨੀਅਰਟੀ ਤੋੜ ਕੇ, ਉਹਨਾਂ ਦਾ ਸਰਕਾਰ 'ਤੇ ਦਬਾਅ। ਦੇਖੋ ਜੀ, ਮੈਨੂੰ ਤਾਂ ਵੱਡੀ ਜਥੇਬੰਦੀਆਂ ਤਾਂ ਮੈਨੇਜਮੈਂਟਾਂ ਹੀ ਨੇ, ਉਹਨਾਂ ਨੂੰ ਲੱਗਦਾ ਜਾਂ ਤਾਂ ਉਹਨਾਂ ਨੇ ਆਪਣੇ ਚਹੇਤੇ ਬੰਦੇ ਬਣਾਏ ਨੇ। ਲੇਕਿਨ ਇਹਦੇ ਵਿੱਚ ਨਾ ਇੱਕ ਹੋਰ ਵੱਡਾ ਇੱਕ ਤੱਥ ਇਹ ਹੈ ਕਿ ਜਿਹੜੀਆਂ ਕਮੇਟੀਆਂ ਇਹਨਾਂ ਨੂੰ ਪ੍ਰਿੰਸੀਪਲ ਬਣਾ ਗਈਆਂ, ਉਹਨਾਂ ਨੇ ਚੈੱਕ ਕਰਨਾ ਹੁੰਦਾ ਕਿ ਕੀ ਇਹ ਐਸੋਸੀਏਟ ਹੈਗੇ ਆ, ਕਿ ਉਹਨਾਂ ਕਮੇਟੀਆਂ ਨੇ ਚੈੱਕ ਕੀਤਾ। ਇਹਦਾ ਮਤਲਬ ਸਾਨੂੰ ਲੱਗਦਾ ਕਿਤੇ ਉੱਥੇ ਵੀ ਕੁਝ ਚੱਲਿਆ। ਉਹ ਕਮੇਟੀ 'ਚ ਕੌਣ ਮੈਂਬਰ ਸੀ? ਜਦੋਂ ਪ੍ਰਿੰਸੀਪਲਾਂ ਦੀਆਂ ਕਮੇਟੀਆਂ ਬਣੀਆਂ ਤੇ ਉਹ ਵਾਈਸ ਚਾਂਸਲਰ ਦਾ ਇੱਕ ਨੁਮਾਇੰਦਾ ਆਉਂਦਾ ਤੇ ਸਬਜੈਕਟ ਐਕਸਪਰਟ ਆਉਂਦੇ ਨੇ ਤੇ ਇਸੇ ਤਰ੍ਹਾਂ DPI ਦਾ ਨੁਮਾਇੰਦਾ ਜਾਂਦਾ। ਜਦੋਂ ਮੈਂ ਕ੍ਰਿਸ਼ਨ ਕੁਮਾਰ ਜੀ ਕੋਲ ਇਹ ਕੇਸ ਰੱਖਿਆ, ਉਹਨਾਂ ਨੇ ਅੱਜ ਕੱਲ੍ਹ 1-2 ਪ੍ਰਿੰਸੀਪਲਾਂ ਦੀ ਜਿਹੜੀ ਗ੍ਰਾਂਟ ਹੈ 13-14 ਮਹੀਨੇ ਤੋਂ ਬੰਦ ਰੱਖੀ ਹੋਈ ਹੈ, ਦੇ ਨਹੀਂ ਰਹੇ ਉਹਨਾਂ ਨੂੰ। ਤਾਂ ਉਹਦੇ ਵਿੱਚ ਉਹ ਕਹਿੰਦੇ ਵੀ ਕਮਾਲ ਹੈ, ਅਸੀਂ 95 ਰੁਪਈਏ ਦੇ ਰਹੇ ਹਾਂ 100 ਦੇ ਵਿੱਚੋਂ, ਤੇ ਸਾਡੇ ਬੰਦੇ ਨਹੀਂ ਤੁਸੀਂ ਪੈਨਲ ਦੇ ਵਿੱਚ ਬਹਿਣ ਦਿੰਦੇ। ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ DPI ਨੂੰ ਉਸ ਟਾਈਮ ਕਿ ਮੈਨੂੰ ਇਹ ਦੱਸੋ ਪਹਿਲਾਂ DPI ਦਾ ਨੁਮਾਇੰਦਾ ਕੌਣ ਗਿਆ ਸੀ ਸਾਡਾ, ਤੇ ਉਹਨੇ ਚੈੱਕ ਕੀ ਕੀਤਾ ਉੱਥੇ ਜਾ ਕੇ? ਉਹਨੇ ਕਿਉਂ ਨਹੀਂ ਇਹ ਚੈੱਕ ਕੀਤਾ ਕਿ ਜੀ ਬਈ ਇਹ ਬੰਦਾ ਐਸੋਸੀਏਟ ਪ੍ਰੋਫੈਸਰ ਪੈਨਲ ਦੇ ਥਰੂ ਬਣਿਆ ਕਿ ਨਹੀਂ ਬਣਿਆ? ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ, ਸਭ ਤੋਂ ਵੱਧ ਪ੍ਰਿੰਸੀਪਲ ਇਹਨਾਂ ਦੇ ਨੇ। ਮੈਂ ਅੱਜ ਵੀ VC ਮੈਡਮ ਨੂੰ ਕਿਹਾ, ਇਹਨਾਂ ਨੇ ਹੁਣ ਇੱਕ ਕਮੇਟੀ ਬਣਾਈ ਹੈ ਸਾਡੇ ਕਹਿਣ ਤੇ, ਔਰ ਮੈਂ ਉਹਨਾਂ ਨੂੰ ਕਿਹਾ ਜੀ ਇਹਦਾ ਸਮਾਂ ਬੰਦ ਕਰੋ, ਮਹੀਨੇ ਦੇ ਅੰਦਰ ਇਹਦੀ ਰਿਪੋਰਟ ਲਓ ਇਸ ਕਮੇਟੀ ਦੀ, ਔਰ ਕੰਪਲੇਨੈਂਟ ਮੈਨੂੰ ਬੁਲਾਇਆ ਜਾਵੇ ਔਰ ਮੈਂ ਉੱਥੇ ਜਾ ਕੇ ਦੱਸਾਂ ਵੀ ਕੀ ਹੋ ਰਿਹਾ। ਕਿਉਂਕਿ ਜੇ ਸਰ ਇਹ ਨਹੀਂ ਕਰਨਗੇ ਤਾਂ ਜਿਸ ਤਰੀਕੇ ਦੇ ਨਾਲ ਮੈਨੇਜਮੈਂਟਾਂ ਫਿਰੋਜ਼ਪੁਰ, ਸਮਰਾਲਾ, ਸਿੱਧਵਾਂ, ਬੌਂਦਲੀ, ਸੁਧਾਰ, ਤੁਸੀਂ ਹੈਰਾਨ ਹੋਵੋਗੇ। ਗੁਰੂਸਰ ਸੁਧਾਰ ਵੱਡਾ ਕਾਲਜ ਹੈ, ਪੰਜਾਬ ਦੀ ਮਿਨੀ ਯੂਨੀਵਰਸਿਟੀ ਕਿਸੇ ਵੱਲੇ, ਅਸੀਂ ਰੂਰਲ ਏਰੀਏ ਦੀ ਕਹਿੰਦੇ ਰਹੇ ਹਾਂ। ਉੱਥੇ ਅੱਜ ਇੱਕ ਅਯੋਗ ਪ੍ਰਿੰਸੀਪਲ ਬੈਠਾ, ਮੈਂ ਆਪ ਕਹਿ ਰਿਹਾ, ਉਹਦਾ ਲਿਸਟ ਵਿੱਚ ਨਾਮ ਹੈ, ਉਹਦੀ ਜਾਂਚ ਚੱਲ ਰਹੀ ਹੈ। ਔਰ ਜਿਸ ਤਰੀਕੇ ਦੇ ਨਾਲ ਉਹ ਪ੍ਰੋਫੈਸਰਾਂ ਨਾਲ ਧੱਕੇਸ਼ਾਹੀ ਕਰ ਰਿਹਾ, ਉੱਥੇ ਦੀ ਮੈਨੇਜਮੈਂਟ ਕਰ ਰਹੀ ਹੈ, ਆਪਣੇ ਆਪ ਹੀ ਕੋਰਸ ਬੰਦ ਕਰੀ ਜਾ ਰਹੇ ਆ। ਕੋਰਸ ਬੰਦ ਕਰਤਾ ਜੀ ਕਹਿੰਦੇ, ਤਾਂ ਕਿ ਪ੍ਰੋਫੈਸਰ ਕੱਢ ਦਈਏ। ਪੰਜਾਬ ਯੂਨੀਵਰਸਿਟੀ ਨੇ 27 ਤਰੀਕ ਨੂੰ ਪਿਛਲੇ ਮਹੀਨੇ ਚਿੱਠੀ ਕੱਢ ਦਿੱਤੀ ਕਿ ਜੀ ਕੋਰਸ ਨਹੀਂ ਬੰਦ ਹੋਣਗੇ। ਉਹ ਕਹਿੰਦੇ ਅਸੀਂ ਕੀ ਮੰਨਦੇ ਪੰਜਾਬ ਯੂਨੀਵਰਸਿਟੀ ਨੂੰ। ਵਿਦਿਆਰਥੀਆਂ ਨੇ ਐਡਮਿਸ਼ਨ ਲੈ ਲਈ, ਉਹਨਾਂ ਨੂੰ ਫੋਨ ਕੀਤੇ ਜਾ ਰਹੇ ਆ ਕਿ ਵੀ ਜੇ ਤੁਸੀਂ ਐਡਮਿਸ਼ਨ ਲੈ ਵੀ ਲਈਏ ਨਾ, ਸਾਡਾ ਕੋਰਸ ਬੰਦ ਹੋ ਚੁੱਕਾ, ਕਿਸੇ ਹੋਰ ਕੋਰਸ 'ਚ ਸ਼ਿਫਟ ਕਰ ਜਾਓ। ਮਤਲਬ ਨਾ ਵਿਦਿਆਰਥੀ ਕਿੱਥੇ ਜਾਣ ਵਿਚਾਰੇ। ਇੱਕ ਬੱਚੇ ਨੇ ਮੈਡੀਕਲ 'ਚ ਐਡਮਿਸ਼ਨ ਲਈ ਹੈ, ਉਹਨੂੰ ਕਿਹਾ ਜਾ ਰਿਹਾ ਮੈਡੀਕਲ ਨਾ ਲੈ, ਤੂੰ ਕਿਤੇ ਹੋਰ ਚੱਲ ਜਾ। ਮਤਲਬ ਇਹਦਾ ਮਤਲਬ ਬੱਚਿਆਂ ਦੀ ਚੋਇਸ ਵੀ ਖਤਮ ਕੀਤੀ ਜਾ ਰਹੀ ਹੈ। ਸੋ ਇਹ ਜ਼ਿੰਮੇਵਾਰੀ ਕਿਹਦੀ ਹੈ? ਇਹ ਜ਼ਿੰਮੇਵਾਰੀ ਯੂਨੀਵਰਸਿਟੀਆਂ ਦੀ। ਅਸੀਂ ਇਹੀ ਅੱਜ ਗੱਲ ਉੱਥੇ ਠੋਕ ਵਜਾ ਕੇ ਕਹਿ ਕੇ ਆਏ ਹਾਂ ਕਿ ਜੇ ਯੂਨੀਵਰਸਿਟੀਆਂ ਇਹਦੇ 'ਤੇ ਚੈੱਕ ਨਹੀਂ ਰੱਖਣਗੀਆਂ ਤੇ ਇਹ ਇੱਕ ਅਨਾਰਕੀ ਹੋ ਜਾਏਗੀ, ਫੈਲ ਜਾਏਗੀ, ਇੱਥੇ ਅਰਾਜਕਤਾ ਹੋ ਜਾਏਗੀ, ਮਨ ਮਰਜ਼ੀਆਂ ਹੋਣਗੀਆਂ, ਜਦੋਂ ਮਰਜ਼ੀ ਕੱਢਤਾ, ਜਦੋਂ ਮਰਜ਼ੀ ਕਰ ਲਿਆ।
ਸੋ ਹਾਇਰ ਐਜੂਕੇਸ਼ਨ ਨੂੰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਰਕਾਰ ਨੂੰ ਮੂਹਰੇ ਆਉਣਾ ਪਏਗਾ, ਫਿਰ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਹੈ। ਵਾਈਸ ਚਾਂਸਲਰ, ਇੱਕ ਕਾਬਲ ਵਾਈਸ ਚਾਂਸਲਰ ਬਣਾਏ ਹੋਏ ਨੇ ਤਿੰਨੋਂ ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਨੂੰ ਮੂਹਰੇ ਆਉਣਾ ਪਏਗਾ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਖੌਫ ਤੋਂ। ਔਰ ਫਿਰ ਸਾਨੂੰ ਲੱਗਦਾ ਹਾਂ ਅਧਿਆਪਕ ਜਥੇਬੰਦੀਆਂ ਨੇ, ਹੋਰ ਬੜੇ ਇੰਟੈਲੈਕਚੁਅਲ ਕਲਾਸ ਪੰਜਾਬ 'ਚ ਬੈਠੀ ਹੈ, ਗਰਗ ਸਾਹਿਬ ਵਰਗੇ ਬੰਦੇ ਬੈਠੇ ਨੇ, ਤੁਸੀਂ ਬੁਲਾਓ ਉਹਨਾਂ ਨੂੰ। ਕਿਉਂ ਨਹੀਂ ਤੁਸੀਂ ਬੁਲਾਉਂਦੇ ਉਹਨਾਂ ਨੂੰ ਬੁਲਾ ਕੇ ਕਮੇਟੀਆਂ 'ਚ ਪਾਓ ਔਰ ਜਾਂਚ ਕਰਵਾਓ ਇਦਾਂ ਦੀਆਂ ਜਿਹੜੇ ਇਸ਼ੂਜ਼ ਆ ਰਹੇ ਨੇ ਤੁਹਾਡੇ ਕੋਲ। ਸੋ ਇਹੀ ਮੇਰਾ ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਸਰ। ਔਰ ਬਹੁਤ ਵੱਡਾ ਸਵਾਲ ਹੈ ਕਿ ਜਿਹੜੀ ਅਚੇਰੀ ਸਿੱਖਿਆ ਹੈਗੀ ਆ ਕਿੱਥੇ ਜਾ ਕੇ ਆਵਾਜ਼ ਉੱਤੇ ਆ ਗਿਆ। ਔਰ ਜੇ ਪੰਜਾਬ ਦੇ ਕੈਬਨਿਟ ਮੰਤਰੀ ਕਿਸੇ ਪ੍ਰੋਗਰਾਮ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਹਵਾਲਾ ਦੇ ਕੇ ਕਹਿੰਦੇ ਕਿ ਉਹਨਾਂ ਯੂਨੀਵਰਸਿਟੀਆਂ ਦੇ 50 ਹਜ਼ਾਰ ਬੱਚੇ ਪੜ੍ਹਦੇ ਨੇ ਤੇ ਪੰਜਾਬ ਵਾਲੀ ਮਾਨ ਗੱਲ ਆ, ਪਰ ਸਵਾਲ ਹੈ ਕਿ ਤੁਸੀਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਗੁਣ ਗਾਈ ਜਾ ਰਹੇ ਹੋ, ਪਰ ਜਿਹੜੀਆਂ ਸਰਕਾਰੀ ਤੇ ਜਿਹੜੀਆਂ ਸਰਕਾਰ ਨਾਲ ਸਹਾਇਤਾ ਪ੍ਰਾਪਤ ਕਾਲਜਾਂ ਉਹਨਾਂ ਦਾ ਤੇ ਆਵਾ ਉੱਤੇ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਫਿਰ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।